ਰਹੀ ਹੈ ਆਪਦੇ ਬੰਦੇ ਵੜ ਕੇ ਤੇ ਕਿਸੇ ਬੰਦਾ ਫੜਿਆ ਵੀ ਗਿਆ, ਉਸ ਨੂੰ ਤੁਸੀਂ ਕਿਵੇਂ ਲੈਂਦੇ ਹੋ? ਦੇਖੋ, ਮੈਂ ਸਮਝਦਾ ਕੇਂਦਰ ਸਰਕਾਰ ਦੀ ਇਹ ਬੜੀਆ ਘਟੀਆ ਹਰਕਤ ਆ, ਬੜੀ ਮੈਂ ਸਮਝਦਾ ਕਾਇਰਾਨਾ ਹਰਕਤ ਆ ਕਿ ਇਸ ਤਰ੍ਹਾਂ ਦੀ ਹਰਕਤਾਂ ਦੇ ਕੇਂਦਰ ਸਰਕਾਰ ਉਤਰ ਆਈ ਕਿ ਆਪਦੇ ਜਿਹੜੇ ਹੈਗੇ ਨੇ ਸਮਾਜ ਵਿਰੋਧੀ ਅੰਸਰ ਜਿਹੜੇ ਨੇਗੇ ਉੱਥੇ ਛੱਡੇ ਗਏ ਨੇ ਤਾਂ ਕਿ ਕਿਸਾਨੀ ਸੰਘਰਸ਼ ਨੂੰ ਤੋੜਿਆ ਜਾਵੇ, ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕੀਤਾ ਜਾਵੇ। ਔਰ ਜਿਹੜਾ ਵਿਅਕਤੀ ਫੜਿਆ ਗਿਆ ਉਹਨੇ ਕਿੱਡੇ ਵੱਡੇ ਖੁਲਾਸੇ ਕੀਤੇ ਨੇਗੇ। ਸੋ ਇੱਥੋਂ ਪਤਾ ਲੱਗਦਾ ਕਿ ਕੇਂਦਰ ਦੀ ਸਰਕਾਰ ਕਿੰਨੀ ਕਮਜ਼ੋਰ ਆ, ਕਿੰਨੀ ਘਟੀਆ ਕਾਰਵਾਈ ਤੇ ਉਤਰੀ ਹੋਈ ਆ। ਸੋ ਮੈਂ ਕੇਂਦਰ ਸਰਕਾਰ ਦੇ ਇਸ ਰਵੱਈਏ ਦੀ ਕਰੜੀ ਨਿੰਦਾ ਕਰਦਾਗਾ ਔਰ ਮੈਨੂੰ ਪੂਰਨ ਆਸ ਹੈ ਕਿ ਦਿੱਲੀ ਦੀ ਜਿਹੜੀ ਪੁਲਿਸ ਹੈਗੀ ਉਹ ਸਖਤ ਤੇ ਸਖਤ ਕਾਰਵਾਈ ਕਰੂਗੀ, ਕਿਉਂਕਿ ਉਹਨੇ ਖੁਲਾਸਾ ਕੀਤਾ ਗਾ ਕਿ ਮੈਂ 26 ਤਰੀਕ ਨੂੰ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਮਾਰਨਾ ਸੀਗਾ। ਇਹ ਬਹੁਤ ਹੀ ਮਾੜੀ ਤੇ ਨਿੰਦਣਯੋਗ ਘਟਨਾ ਜਿਹੜੀ ਆ ਮੈਂ ਸਮਝਦਾ ਹੋਈ ਆ। ਇਹ ਕੇਂਦਰ ਸਰਕਾਰ ਦੇ ਬਿਹਾਫ ਤੇ ਹੋਇਆ ਗਾ। ਕਦੇ ਸਰਕਾਰਾਂ ਵੀ ਕਿੱਦਾਂ ਕਰਦੀਆਂ ਨੇਗੀਆਂ ਕਿ ਸਰਕਾਰਾਂ ਜਿਹੜੀਆਂ ਨੇਗੀਆਂ ਸੰਘਰਸ਼ ਨੂੰ ਕੁਚਲਣ ਦੇ ਲਈ, ਸੰਘਰਸ਼ ਨੂੰ ਤੋੜਨ ਦੇ ਲਈ ਇਸ ਤਰ੍ਹਾਂ ਦੇ ਬੰਦੇ ਛੱਡਦੀਆਂ ਨੇਗੀਆਂ। ਸੋ ਪਹਿਲੀ ਵਾਰ ਹੋਇਆਗਾ, ਕਿਉਂਕਿ ਬੀਜੇਪੀ ਦਾ ਸ਼ੁਰੂ ਤੋਂ ਇੱਕ ਸਟਾਈਲ ਹੈਗਾ, ਹਮੇਸ਼ਾ ਹਰ ਚੀਜ਼ ਦਾ ਉਹ ਜਿਹੜੀ ਆ ਉਹਨੂੰ ਤੋੜਦੀ ਕਿੱਦਾਂ ਕਿ ਲੋਕਾਂ ਨੂੰ ਆਪਸ ਚ ਲੜਾ ਕੇ, ਲੋਕਾਂ ਦਾ ਆਪਸੀ ਭਾਈਚਾਰਾ ਤੋੜ ਕੇ। ਦੇਸ਼ ਦੇ ਕਿਸਾਨ, ਦੇਸ਼ ਦੇ ਖੇਤ ਮਜ਼ਦੂਰ ਸਭ ਦਾ ਭਾਈਚਾਰਾ ਇੱਕ ਆ, ਸਾਰੇ ਇਕਜੁੱਟ ਨੇ। ਕੇਂਦਰ ਸਰਕਾਰ ਦੀਆਂ ਇਸ ਤਰ੍ਹਾਂ ਦੇ ਜਿਹੜੀਆਂ ਘਟਨਾਵਾਂ ਨੇਗੀਆਂ ਬੁਜ਼ਦਿਲੀ ਵਾਲੀਆਂ, ਇਹਨਾਂ ਸਾਰੀਆਂ ਘਟਨਾਵਾਂ ਦਾ ਪਰਦਾਫਾਸ਼ ਡੇ ਬਾਈ ਡੇ ਹੋ ਰਿਹਾ ਔਰ ਬੀਜੇਪੀ ਦਾ ਪਰਦਾਫਾਸ਼ ਹੋ ਰਿਹਾ। ਤੇ ਇੱਕ ਜਿਵੇਂ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤੇ ਉਹ ਸਰਕਾਰ ਨਾਲ ਇੱਕ ਡੈਡਲੌਕ ਜਿਹਾ ਹੋ ਗਿਆ ਪਿਛਲੀ ਮੀਟਿੰਗ ਤੋਂ ਲੈ ਕੇ, ਕੀ ਇਹ ਦੁਬਾਰਾ ਚੱਲ ਸਕਦੀ ਹੈ ਗੱਲਬਾਤ? ਬਿਲਕੁਲ ਦੁਬਾਰਾ ਗੱਲਬਾਤ ਚੱਲੂਗੀ ਜਦੋਂ ਜਿਹੜੀ 26 ਤਰੀਕ ਦੀ ਪਰੇਡ ਆ, ਜਿਹੜੀ ਮੈਂ ਸਮਝਦਾ ਲਾ ਮਿਸਾਲ ਹੋਊਗੀ, ਜਿਹੜੀ ਇਤਿਹਾਸਕ ਪਰੇਡ ਹੋਊਗੀ। ਉਸ ਪਰੇਡ ਤੋਂ ਬਾਅਦ ਦੇਸ਼ ਦੀ ਬੀਜੇਪੀ ਸਰਕਾਰ ਜਿਹੜੀ ਆ ਉਹ ਹਾਰੂਗੀ ਔਰ ਕਿਸਾਨ ਜਿੱਤਣਗੇ। ਜਦੋਂ ਕਿਸਾਨ ਜਿੱਤਣਗੇ ਔਰ ਦੁਬਾਰਾ ਜਿਹੜੀ ਆ ਬੀਜੇਪੀ ਦੀ ਸਰਕਾਰ ਨੂੰ, ਮੋਦੀ ਸਾਹਿਬ ਦੀ ਸਰਕਾਰ ਨੂੰ ਗੋਡੇ ਟੇਕਣੇ ਪੈਣਗੇ ਔਰ ਲੋਕਾਂ ਦੇ ਸੰਘਰਸ਼ ਦੇ ਅੱਗੇ ਝੁਕਣਾ ਪਊਗਾ ਔਰ ਦੁਬਾਰਾ ਗੱਲਬਾਤ ਵੀ ਹੋਊਗੀ ਔਰ ਦੁਬਾਰਾ ਤਿੰਨੇ ਕਾਲੇ ਕਾਨੂੰਨ ਰੱਦ ਵੀ ਹੋਣਗੇ। ਇੱਕ ਇਹ ਮਤਲਬ 73 ਸਾਲਾਂ ਦੇ ਬਾਅਦ ਇੱਕ ਆਪਣੀ ਆਜ਼ਾਦੀ ਤੋਂ ਬਾਅਦ ਬਹੁਤ ਵੱਡਾ ਅੰਦੋਲਨ ਚੱਲਿਆ। ਕੀ ਇਹ ਬਿੱਲਾਂ ਤੋਂ ਇਲਾਵਾ ਇਸ ਤੋਂ ਹੋਰ ਵੀ ਕੋਈ ਆਸ ਰੱਖੀ ਜਾ ਸਕਦੀ ਹੈ ਵੀ ਇਸ ਤਰ੍ਹਾਂ? ਦੇਖੋ, ਮੈਂ ਸਮਝਦਾ ਇੱਕ ਸੰਘਰਸ਼ ਜਿਹੜਾ ਹੈਗਾ ਸੀਗਾ ਦੇਸ਼ ਨੂੰ ਆਜ਼ਾਦ ਕਰਾਉਣ ਵਾਲਾ ਆਜ਼ਾਦੀ ਦਾ ਸੀਗਾ, ਔਰ ਦੂਸਰਾ ਸੰਘਰਸ਼ ਜਿਹੜਾ ਹੈਗਾ ਦੇਸ਼ ਨੂੰ ਕਾਰਪੋਰੇਟ ਘਰਾਣੇ ਤੋਂ ਆਜ਼ਾਦ ਕਰਾਉਣ ਵਾਲਾ, ਦੇਸ਼ ਨੂੰ ਜਿਹੜਾ ਹੈਗਾ ਇਹਨਾਂ ਫਾਸੀਵਾਦੀ ਤਾਕਤਾਂ ਤੋਂ ਆਜ਼ਾਦ ਕਰਾਉਣ ਦਾ ਸੰਘਰਸ਼ ਸ਼ੁਰੂ ਹੋਇਆਗਾ। ਜਿਹੜਾ ਕਿ ਜਿਹੜੇ ਕਾਲੇ ਕਾਨੂੰਨ ਬੀਜੇਪੀ ਲੈ ਕੇ ਆਈ ਆ, ਇਹ ਜਿਹੜਾ ਇਹਨਾਂ ਨੂੰ ਜਦ ਤੱਕ ਰੱਦ ਨਹੀਂ ਹੁੰਦੇ, ਮੈਂ ਸਮਝਦਾ ਜਿਹੜਾ ਸੰਘਰਸ਼ ਆ ਚੱਲਦਾ ਰਹੂਗਾ। ਔਰ ਦੂਜੇ ਪਾਸੇ ਇਹ ਜਿਹੜਾ ਸੰਘਰਸ਼ ਆ ਇਹ ਇੱਕ ਇਸ ਤਰ੍ਹਾਂ ਦਾ ਸੰਘਰਸ਼ ਹੋ ਨਿਬੜਿਆ ਕਿ ਸੰਸਾਰ ਦਾ ਇੱਕ ਨਿਵੇਕਲਾ ਸੰਘਰਸ਼ ਆ, ਜਿਹੜਾ ਕਿ ਬੜਾ ਸ਼ਾਂਤਮਈ ਆ, ਬੜਾ ਡਿਸਪਲਿਨ ਦੇ ਵਿੱਚ ਆ, ਬੜੇ ਅੱਛੇ ਤਰੀਕੇ ਦੇ ਨਾਲ ਚੱਲ ਰਿਹਾ, ਬੜਾ ਲੋਕਾਂ ਨੇ ਆਪਣੇ ਆਪ ਨੂੰ ਸੰਜਮ 'ਚ ਰੱਖਿਆ ਹੋਇਆ। ਇਹ ਵੱਡੀਆਂ ਇਸ ਸੰਘਰਸ਼ ਦੀਆਂ ਪ੍ਰਾਪਤੀਆਂ ਨੇਗੀਆਂ। ਨਹੀਂ ਹਮੇਸ਼ਾ ਸੰਘਰਸ਼ਾਂ ਦੇ ਵਿੱਚ ਕੀ ਹੁੰਦਾਗਾ ਕਿ ਬਹੁਤ ਸਾਰੇ ਹੁੱਲੜਬਾਜ਼ੀ ਵਾਲੇ ਲੋਕ ਆ ਵੜਦੇ ਨੇਗੇ, ਉਹ ਸੰਘਰਸ਼ਾਂ ਨੂੰ ਤੋੜ ਦਿੰਦੇ ਨੇਗੇ। ਪਰ ਲੇਕਿਨ ਇਕੱਲਾ ਸੰਘਰਸ਼ ਆ ਜਿਹੜਾ ਕਿ ਨਿਵੇਕਲੇ ਕਿਸਮ ਦਾ, ਜਿਹਦੀ ਅਗਵਾਈ ਮੈਂ ਸਮਝਦਾ ਬੜੀਆਂ ਅੱਛੇ ਪੜ੍ਹੇ ਲਿਖੇ ਲੋਕ, ਜਿਹੜੀਆਂ 31 ਜਥੇਬੰਦੀਆਂ ਨੇ ਦੇਸ਼ ਦੀਆਂ, ਹੋਰ ਬਹੁਤ ਸਾਰੀਆਂ ਜਥੇਬੰਦੀਆਂ ਕਰ ਰਹੀਆਂ ਨੇਗੀਆਂ। ਸੋ ਮੈਨੂੰ ਪੂਰਨ ਆਸ ਹੈ ਕਿ ਜਿਹੜਾ ਸੰਘਰਸ਼ ਆ ਇਹ ਜਿੱਤ ਕੇ ਜਿਹੜਾ ਹੈਗਾ ਵਾਪਸ ਆਊਗਾ। ਇੱਕ ਇਸ ਸੰਘਰਸ਼ ਦੇ ਵਿੱਚ ਤੁਹਾਨੂੰ ਫੈਡਰਲ ਢਾਂਚੇ ਨੂੰ ਬਚਾਉਣ ਵਾਸਤੇ ਵੀ ਕੋਈ ਇਸ ਤਰ੍ਹਾਂ ਦੀ ਨਜ਼ਰ ਆ ਰਹੀ ਹੈ ਵੀ ਇਹ ਲੜਿਆ ਜਾ ਰਿਹਾ? ਦੇਖੋ, ਜਦੋਂ ਕੋਈ ਸੰਘਰਸ਼ ਚੱਲਦੇ ਨੇਗੇ ਉਦੋਂ ਮੈਂ ਸਮਝਦਾ ਕੋਈ ਨਾ ਕੋਈ ਨਵੀਂ ਗੱਲ ਨਿਕਲ ਕੇ ਸਾਹਮਣੇ ਆਉਂਦੀ। ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਫੈਡਰਲ ਸਟਰਕਚਰ ਜਿਹੜਾ ਇਸ ਸਮੇਂ ਦੇਸ਼ ਦਾ ਉਹ ਖਤਰੇ ਦੇ ਵਿੱਚ ਆ। ਬਹੁਤ ਸਾਰੀਆਂ ਸ਼ਕਤੀਆਂ ਜਿਹੜੀਆਂ ਰਾਜਾਂ ਦੀਆਂ ਨੇਗੀਆਂ, ਕੇਂਦਰ ਸਰਕਾਰ ਉਹਨਾਂ ਦੀ ਦੁਰਵਰਤੋਂ ਕਰ ਰਿਹਾ, ਉਹਨਾਂ ਤੇ ਆਪਣਾ ਅਧਿਕਾਰ ਜਮਾ ਰਿਹਾ, ਜਦਕਿ ਕੇਂਦਰ ਸਰਕਾਰ ਦਾ ਅਧਿਕਾਰ ਨਹੀਂ ਸੀਗਾ। ਜਿਵੇਂ ਆਪਾਂ ਖੇਤੀਬਾੜੀ ਕਾਨੂੰਨਾਂ ਦੀ ਗੱਲ ਕਰ ਲਈਏ, ਦੇਸ਼ ਦੇ ਇਸੇ ਖੇਤੀਬਾੜੀ ਮਿਨਿਸਟਰ ਨੇ, ਤੋਮਰ ਸਾਹਿਬ ਨੇ 7 ਵਾਰ ਪਿਛਲੇ 2 ਸਾਲਾਂ ਦੇ ਵਿੱਚ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਿਹਾਗਾ ਕਿ ਖੇਤੀਬਾੜੀ ਦੇ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ ਤੇ ਸਿਰਫ ਰਾਜਾਂ ਨੂੰ ਆਗਾ, ਸਿਰਫ ਤੇ ਸਿਰਫ ਸਟੇਟਾਂ ਨੂੰ ਆ। ਤੇ ਆਪ ਕਿਉਂ ਬਣਾਇਆ? ਆਪਦੇ ਹੀ ਬਿਆਨ ਜਿਹੜੇ ਉਹਨਾਂ ਨੇ ਆਪਣੀ ਦੇਸ਼ ਦੀ ਪਾਰਲੀਮੈਂਟ 'ਚ ਦਿੱਤੇ ਨੇਗੇ, ਉਹਨਾਂ ਬਿਆਨਾਂ ਤੋਂ ਦੇਸ਼ ਦਾ ਖੇਤੀਬਾੜੀ ਮਿਨਿਸਟਰ ਮੁੱਕਰ ਰਿਹਾ ਹੈਗਾ। ਸੋ ਜਦੋਂ ਆਪ ਮੰਨਦੇ ਨੇਗੇ, ਸੋ ਇਸ ਤਰ੍ਹਾਂ ਲੱਗ ਰਿਹਾ ਕਿ ਬੀਜੇਪੀ ਜਿਹੜੀ ਆ ਉਹ ਸਾਰੀਆਂ ਸ਼ਕਤੀਆਂ ਦਾ ਕੇਂਦਰੀਕਰਨ ਕਰ ਰਹੀ ਆ, ਜਦਕਿ ਰਾਜਾਂ ਨੂੰ ਬਹੁਤ ਸਾਰੇ ਅਧਿਕਾਰ ਮਿਲੇ ਹੋਏ ਸੀਗੇ। ਇਹ ਇੱਕ ਫੈਡਰਲ ਸਟਰਕਚਰ ਦੇ ਜਿਵੇਂ ਢਾਂਚੇ ਦੇ ਹਮਲੇ ਦੀ ਗੱਲ ਆ ਬੀਜੇਪੀ ਕਰ ਰਹੀ ਆ, ਉਹਦੇ ਖਿਲਾਫ ਵੀ ਇਹ ਸੰਘਰਸ਼ ਇੱਕ ਬਹੁਤ ਵੱਡੀ ਮੂਵਮੈਂਟ ਜਿਹੜੀ ਆ ਆਉਣ ਵਾਲੇ ਸਮੇਂ 'ਚ ਵੀ ਖੜੀ ਹੋਊਗੀ ਤੇ ਹੁਣ ਵੀ ਜਿਹੜੀ ਆ ਇਸ ਗੱਲ ਦਾ ਸੰਕੇਤ ਦੇ ਰਹੀ ਆ। ਇੱਕ ਤੋਮਰ ਦਾ ਬਿਆਨ ਆਇਆ ਸੀ ਜੀ ਕੱਲ ਵੀ ਇਹ ਸਹਿਮਤੀ ਨੂੰ ਲੈ ਕੇ ਵੀ ਕੁਝ ਸਹਿਮਤ ਨੇ, ਕੁਝ ਅਸਹਿਮਤ ਨੇ। ਕੀ ਇਹ ਤੁਹਾਨੂੰ ਰਾਜ ਕਰੋ ਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਨਹੀਂ ਉਸ ਦੇ ਪਿੱਛੇ ਲੱਗ ਰਹੀ? ਦੇਖੋ, ਚਾਹੇ ਤੋਮਰ ਸਾਹਿਬ ਨੇ, ਚਾਹੇ ਅਮਿਤ ਸ਼ਾਹ ਜੀ ਨੇ, ਚਾਹੇ ਮੋਦੀ ਸਾਹਿਬ ਨੇਗੇ, ਲਗਾਤਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਸੰਘਰਸ਼ ਨੂੰ ਤੋੜਨ ਦੇ ਲਈ ਜਿਹੜਾ ਹਮੇਸ਼ਾ ਯਤਨਸ਼ੀਲ ਰਹਿੰਦੇ ਨੇਗੇ। ਪਰ ਲੇਕਿਨ ਦੂਜੇ ਪਾਸੇ ਬੜੇ ਕਿਸਾਨ ਸੰਗਠਨ, ਖੇਤ ਮਜ਼ਦੂਰ ਸੰਗਠਨ, ਉਹ ਬੜੇ ਜਿਹੜੇ ਹੈਗੇ ਨੇ ਕਿ ਅੱਛੇ ਤਰੀਕੇ ਦੇ ਨਾਲ ਹਰ ਗੱਲ ਦਾ ਜਵਾਬ ਦਿੰਦੇ ਨੇਗੇ, ਹਰ ਗੱਲ ਨੂੰ ਬੜੇ ਟੈਕਨੀਕਲ ਢੰਗ ਨਾਲ ਲੈਂਦੇ ਨੇ, ਹਰ ਗੱਲ ਨੂੰ ਬੜੇ ਸੰਜੀਦਾ ਢੰਗ ਨਾਲ, ਇੰਟੈਲੀਜੈਂਟ ਢੰਗ ਨਾਲ ਲੈਂਦੇ ਨੇਗੇ ਔਰ ਬੜੇ ਅੱਛੇ ਢੰਗ ਨਾਲ ਜਵਾਬ ਦਿੰਦੇ ਨੇਗੇ। ਸੋ ਬੀਜੇਪੀ ਦੀਆਂ ਜਿਹੜੀਆਂ ਚਾਲਾਂ ਨੇਗੀਆਂ ਉਹ ਫੇਲ ਹੋਣਗੀਆਂ। ਇੱਕ ਕੈਪਟਨ ਸਾਹਿਬ ਨੇ 5 ਲੱਖ ਦਾ ਜਾਂ ਨੌਕਰੀ ਦਾ
ਪੇਸ਼ਕਸ਼ ਕੀਤੀ ਹੈ, ਉਸ ਨੂੰ ਤੁਸੀਂ ਕਿਵੇਂ ਲੈ ਰਹੇ ਹੋ? ਮੈਂ ਸਮਝਦਾ 5 ਲੱਖ ਦੀ ਗੱਲ ਆ, ਬੜੀ ਨਿਗੂਣੀ ਰਾਸ਼ੀ ਆ, ਬਹੁਤ ਘੱਟ ਰਾਸ਼ੀ ਆ। ਇਹ ਰਾਸ਼ੀ ਵਧਾਈ ਜਾਣੀ ਚਾਹੀਦੀ ਆ, ਕਿਉਂਕਿ ਸਾਡਾ ਦੇਸ਼ ਦਾ ਜਿਸ ਤਰ੍ਹਾਂ ਜਦੋਂ ਆਜ਼ਾਦੀ ਦੀ ਲਹਿਰ ਚੱਲੀ ਸੀ ਉਦੋਂ ਹੀ ਹਜ਼ਾਰਾਂ ਹੀ ਪਰਵਾਨੇ ਜਿਹੜੇ ਹੈਗੇ ਸੀ, ਹਜ਼ਾਰਾਂ ਹੀ ਲੋਕਾਂ ਨੇ ਆਪਣੀ ਜਾਨ ਦਿੱਤੀ। ਸੋ ਇਹ ਵੀ ਇੱਕ ਬਹੁਤ ਵੱਡਾ ਸੰਘਰਸ਼ ਆ, ਕਿਸਾਨ ਸੰਘਰਸ਼ ਆ। ਸੋ ਰਾਸ਼ੀ ਵਧਾਈ ਜਾਣੀ ਚਾਹੀਦੀ ਆ। ਆਮ ਆਦਮੀ ਪਾਰਟੀ ਦਾ ਸਰ ਕੀ ਰੁਖ ਹੈ ਜਿਹੜੀ 26 ਦੀ ਪਰੇਡ ਹੈ? ਦੇਖੋ, ਆਮ ਆਦਮੀ ਪਾਰਟੀ ਪੰਜਾਬ ਯੂਨਿਟ, ਦਿੱਲੀ ਯੂਨਿਟ, ਜਿੱਥੇ ਵੀ ਸਾਡੇ ਹੈਗੇ ਨੇ ਸਾਰੇ ਕਿਸਾਨ ਸੰਗਠਨ ਦੇ ਨਾਲ ਅਸੀਂ ਖੜਾਂਗੇ, ਉਸ ਪਰੇਡ 'ਚ ਸ਼ਾਮਲ ਹੋਵਾਂਗੇ। ਇੱਕ ਅੱਜ ਸਾਡੇ ਮਹਾਨ ਜਿਹੜਾ ਸੁਤੰਤਰਤਾ ਸੰਗਰਾਮੀ ਹੋਏ ਨੇ ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਦਿਨ ਹੈ, ਉਸਨੇ ਵੀ ਇੱਕ ਨਾਰਾ ਲਾਇਆ ਸੀ ਦਿੱਲੀ ਚਲੋ, ਤੇ ਅੱਜ ਫੇਰ ਇੱਕ ਦਿੱਲੀ ਚਲੋ ਦਾ ਨਾਰਾ ਲੱਗ ਰਿਹਾ ਹੈ। ਕੀ ਇਹ 73 ਸਾਲਾਂ ਦੇ ਬਾਅਦ ਸਾਨੂੰ ਜ਼ਰੂਰੀ ਬਣ ਗਿਆ ਸੀ? ਜਦੋਂ ਦੇਸ਼ ਆਜ਼ਾਦੀ ਮਿਲੀ ਆ ਉਸ ਸਮੇਂ ਵੀ ਨਾਰੇ ਲੱਗੇ ਸੀ ਦਿੱਲੀ ਚਲੋ। ਸੋ ਹੁਣ ਵੀ ਨਾਰੇ ਲੱਗ ਰਹੇ ਨੇ ਦਿੱਲੀ ਚਲੋ। ਤਾਂ ਮੈਂ ਸਮਝਦਾ ਇਹ ਵੀ ਇੱਕ ਆਜ਼ਾਦੀ ਦੀ ਜੰਗ ਵਰਗਾ ਹੀ ਜਿਹੜੀ ਜੰਗ ਆ, ਇਹ ਵੀ ਉਸੇ ਤਰੀਕੇ ਦੀ ਜੰਗ ਆ। ਜਦੋਂ ਦੇਸ਼ ਆਜ਼ਾਦ ਹੋਇਆ ਸੀ ਉਦੋਂ ਵੀ ਜੰਗ ਲੱਗੀ ਸੀਗੀ, ਪਰ ਲੇਕਿਨ ਹੁਣ ਜਿਹੜਾ ਹੈਗਾ ਸੰਘਰਸ਼ ਹੈ, ਸ਼ਾਂਤੀਪੂਰਵਕ ਸੰਘਰਸ਼ ਆ। ਹੁਣ ਸਾਡੇ ਦੇਸ਼ ਦੇ ਲੋਕਾਂ ਤੇ, ਜਿਹੜੇ ਸਾਡੇ ਦੇਸ਼ ਦੇ ਰਾਜ ਕਰ ਰਹੇ ਲੋਕਾਂ ਦੇ, ਉਹਨਾਂ ਦੇ ਖਿਲਾਫ ਸੰਘਰਸ਼ ਆ, ਜਿਹੜੇ ਕਾਲੇ ਕਾਨੂੰਨ ਬਣਾ ਰਹੇ ਨੇ। ਸੋ ਬਿਲਕੁਲ ਸੁਭਾਸ਼ ਚੰਦਰ ਬੋਸ ਜੀ ਦਾ ਉਹੀ ਨਾਰਾ ਜਿਹੜਾ ਹੈਗਾ ਅੱਜ ਫੇਰ ਦੁਬਾਰੇ ਗੂੰਜ ਰਿਹਾ। ਸ਼ਹੀਦਾਂ ਦੇ ਨਾਰੇ, ਸਾਡੇ ਆਜ਼ਾਦੀ ਘੁਲਾਟੀਆਂ ਦੇ ਨਾਰੇ ਹਮੇਸ਼ਾ ਅੱਜ ਵੀ ਗੂੰਜਦੇ ਨੇ, ਕਿ ਪਹਿਲਾਂ ਵੀ ਗੂੰਜੇ ਨੇ ਤੇ ਅੱਗੇ ਨੂੰ ਵੀ ਗੂੰਜਦੇ ਰਹਿਣਗੇ। ਇੱਕ ਸਰ ਜਿਹੜਾ ਕਾਰਪੋਰੇਸ਼ਨ ਦੇ ਇਲੈਕਸ਼ਨ ਕੈਪਟਨ ਸਾਹਿਬ ਕਰਵਾ ਰਹੇ ਨੇ ਕਿ ਇੱਕ ਪਾਸੇ ਤਾਂ ਕਿਸਾਨ ਦਿੱਲੀ ਬਾਰਡਰਾਂ ਦੇ ਡੱਡੇ ਪਏ ਨੇ, ਦੂਜੇ ਪਾਸੇ ਕਾਰਪੋਰੇਸ਼ਨ ਦੀ ਇਲੈਕਸ਼ਨ ਕਰ ਰਹੇ, ਕੀ ਲੱਗਦਾ ਨਹੀਂ ਕਿਸਾਨੀ ਸੰਘਰਸ਼ ਦੇ ਇਹਦਾ ਕੋਈ ਫਰਕ ਪਏਗਾ? ਦੇਖੋ, ਇਹ ਜਿਹੜੇ ਇਲੈਕਸ਼ਨ ਸੀ ਡਿਊ ਸੀਗੀਆਂ, ਇਹ ਇਲੈਕਸ਼ਨ ਜਿਹੜੀਆਂ ਪੈਂਡਿੰਗ ਪਈਆਂ ਸੀ ਤਾਂ ਹੋ ਰਹੀਆਂ ਨੇ। ਔਰ ਦੂਜੇ ਪਾਸੇ ਮੈਂ ਸਮਝਦਾਗਾ ਜਿਹੜੇ ਕਿਸਾਨ ਭਰਾ ਕਿਸਾਨੀ ਸੰਘਰਸ਼ ਗਏ ਹੋਏ ਨੇ, ਕਿਉਂਕਿ ਬਹੁਤ ਸਾਰੇ ਸ਼ਹਿਰੀ ਲੋਕ ਗਏ ਹੋਏ ਨੇਗੇ, ਸ਼ਹਿਰਾਂ 'ਚ ਰਹਿਣ ਵਾਲੇ ਲੋਕ ਗਏ ਹੋਏ ਨੇਗੇ। ਸੋ ਉਹਨਾਂ ਦੀਆਂ ਜਿਹੜੀਆਂ ਵੋਟਾਂ ਕਿਵੇਂ ਪਵਾਉਣੀਆਂ ਨੇਗੀਆਂ, ਕਿਸ ਤਰੀਕੇ ਨਾਲ ਪੈ ਸਕਦੀਆਂ ਨੇ, ਕਿਸ ਤਰ੍ਹਾਂ ਆਪਣੀ ਵੋਟ ਕਾਸਟ ਕਰ ਸਕਦੇ ਨੇਗੇ, ਇਹ ਸਰਕਾਰ ਦੇ ਲਈ ਸਪੈਸ਼ਲ ਪਾਲਿਸੀ ਬਣਾਉਣੀ ਚਾਹੀਦੀ ਸਰਕਾਰ ਨੂੰ। ਇੱਕ ਸਰ ਜਿਵੇਂ ਹੁਣ ਉੱਥੇ 26 ਦੀ ਪਰੇਡ ਹੈ, ਆਪਣੇ ਪੰਜਾਬ 'ਚ ਕੁਝ ਹੋਊਗਾ? ਦੇਖੋ, ਮੈਂ ਸਮਝਦਾਗਾ ਕਿ ਜਿਹੜੀ ਸਰਕਾਰ ਹੈਗੀ ਉਹ ਹਮੇਸ਼ਾ ਕੋਝੇ ਹੱਥਕੰਡੇ ਅਪਣਾਉਂਦੀ ਆ। ਸਰਕਾਰ ਕੋਈ ਨਾ ਕੋਈ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀ ਰਹਿੰਦੀ ਆ ਕਿ ਇਸ ਕਿਸਾਨੀ ਸੰਘਰਸ਼ ਨੂੰ ਜਾਏਗਾ ਉਹ ਠੰਡਾ ਪਾਇਆ ਜਾਵੇ, ਤਾਰਪੀਡੋ ਕੀਤਾ ਜਾਵੇ। ਪਰ ਲੇਕਿਨ ਦੇਸ਼ ਦੇ ਕਿਸਾਨ ਬੜੇ ਅੱਛੇ ਤਰੀਕੇ ਦੇ ਨਾਲ, ਬੜੇ ਅਮਨਪੂਰਵਕ ਸ਼ਾਂਤੀ ਢੰਗ ਦੇ ਨਾਲ ਜਿਹੜਾ ਸੰਘਰਸ਼ ਕਰ ਰਹੇ ਨੇ ਕਿ ਸੋ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੇ ਕੋਸ਼ਿਸ਼ਾਂ ਨੇ ਬੀਜੇਪੀ ਦੀਆਂ ਸਾਰੀਆਂ ਫੇਲ ਹੋਣਗੀਆਂ। ਕੀ ਲੱਗਦਾ ਨਹੀਂ ਜਿਹੜਾ ਇਹ ਵਿੱਚ ਗਲਤ ਅੰਸਰ ਵਾੜ ਕੇ ਘੁਸਪੈਠ ਕਰ ਰਹੇ ਨੇ ਕਿ ਜਿਹੜਾ ਇਹ ਲੰਬੀਆਂ ਡੇਟਾ ਦੇ ਕੇ ਤਰੀਕਾ ਦੇ ਜਾਣੇ, ਕੋਈ ਇਸ ਤਰ੍ਹਾਂ ਦੀ ਸਰਕਾਰ ਦੀ ਸੋਚ ਹੋਵੇ ਵੀ ਹੋ ਸਕਦਾ ਲੰਬਾ ਸੰਘਰਸ਼ ਕਰਕੇ ਇਹਨਾਂ ਦੇ ਵਿੱਚ ਗਲਤ ਬੰਦੇ ਵਾੜ ਕੇ ਇਸ ਨੂੰ ਫੇਲ ਕੀਤਾ ਜਾ ਸਕੇ? ਸਰਕਾਰਾਂ ਦੀਆਂ ਹਮੇਸ਼ਾ ਪਾਲਿਸੀਆਂ ਆਉਂਦੀਆਂ ਨੇ, ਸਰਕਾਰਾਂ ਹਮੇਸ਼ਾ ਇਸ ਤਰ੍ਹਾਂ ਦੇ ਯਤਨ ਕਰਦੀਆਂ ਆਉਂਦੀਆਂ ਨੇਗੀਆਂ ਔਰ ਕਰਦੀਆਂ ਰਹੀਆਂ ਨੇ, ਪਹਿਲਾਂ ਵੀ ਕਰਦੀਆਂ ਨੇ। ਇਹ ਸਰਕਾਰ ਜਿਹੜੀ ਬੀਜੇਪੀ ਆ, ਇਹਦਾ ਤਾਂ ਮੋਟਿਵ ਹੀ ਇਹੀ ਆ, ਇਹਦਾ ਤਾਂ ਸਿਧਾਂਤ ਹੀ ਇਹੀ ਆ ਕਿ ਲੋਕਾਂ ਨੂੰ ਲੜਾਓ ਤੇ ਫਿਰ ਰਾਜ ਕਰੋ। ਸੋ ਇਸ ਵਾਰ ਜਿਹੜੀ ਬੀਜੇਪੀ ਫੇਲ ਹੋਊਗੀ, ਕਿਉਂਕਿ ਦੇਸ਼ ਦਾ ਕਿਸਾਨ, ਦੇਸ਼ ਦਾ ਅੰਨਦਾਤਾ, ਦੇਸ਼ ਦਾ ਖੇਤ ਮਜ਼ਦੂਰ ਬਿਲਕੁਲ ਇਕੱਠੇ ਨੇ।